ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਕਿਸਾਨ ਸੰਘਰਸ਼ ਕਰ ਰਹੇ ਨੇ, ਉੱਥੇ ਹੀ ਇਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਪੂਰੀਆਂ ਸਰਗਰਮ ਨੇ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਲੜਾਈ ਹੈ ਪੰਜਾਬ ਅਤੇ ਕੇਂਦਰ ਦੀ ਹੈ, ਪਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਇੱਕ ਦੂਜੇ ਦੇ ਉੱਪਰ ਖੂਬ ਬਿਆਨਬਾਜ਼ੀ ਕਰ ਰਹੀਆਂ ਨੇ। ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਵਿਧਾਨ ਸਭਾ ਦੇ ਵਿੱਚ ਮਤਾ ਵੀ ਪੇਸ਼ ਕੀਤਾ ਗਿਆ, ਨਵੇਂ ਕਾਨੂੰਨ ਬਿੱਲ ਵੀ ਲਿਆਂਦੇ ਗਏ। ਹਾਲਾਂਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀ ਸਹਿਮਤੀ ਦੇ ਨਾਲ ਇਹ ਬਿੱਲ ਵਿਧਾਨ ਸਭਾ ਦੇ ਵਿੱਚ ਪੇਸ਼ ਹੋਏ, ਪਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਹ ਬਿੱਲ ਸਿਰਫ ਇੱਕ ਡਰਾਮਾ ਹੈ ਅਤੇ ਇਹਨਾਂ ਬਿੱਲਾਂ ਨੂੰ ਇੱਕ ਕਾਗਜ਼ ਦੱਸਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਐਮਐਲਏ ਸਰਬਜੀਤ ਕੌਰ ਮਾਨੂਕੇ ਅਤੇ ਰੁਪਿੰਦਰ ਰੂਬੀ ਜੀ ਸਾਡੇ ਨਾਲ ਮੌਜੂਦ ਨੇ। ਮੈਡਮ, ਕੈਪਟਨ ਕਹਿ ਰਹੇ ਨੇ ਕਿ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਕੋਈ ਗੱਲ ਕਰਦੀ ਹੈ, ਬਾਹਰ ਆ ਕੇ ਕੋਈ ਗੱਲ ਕਰਦੀ ਹੈ, ਇਹਨਾਂ ਦੀ ਸਹਿਮਤੀ ਦੇ ਨਾਲ ਬਿੱਲ ਪੇਸ਼ ਹੋਏ ਸੀ, ਤਾਂ ਹੁਣ ਦੁਬਾਰਾ ਕਿਉਂ ਇਸ ਤਰੀਕੇ ਦੇ ਇਲਜ਼ਾਮ ਲਗਾਏ ਜਾ ਰਹੇ ਨੇ? ਸਭ ਤੋਂ ਪਹਿਲਾਂ ਤਾਂ ਤੁਸੀਂ ਕੈਪਟਨ ਸਾਹਿਬ ਨੂੰ ਪੁੱਛਿਓ ਵੀ ਤੁਸੀਂ ਇਹ 19 ਤਰੀਕ ਨੂੰ ਕੱਲਾ ਸੈਸ਼ਨ ਬੁਲਾਇਆ ਸੀ, ਕਿਸ ਕੰਮ ਲਈ ਬੁਲਾਇਆ ਸੀ? ਕਿਉਂਕਿ ਖੇਤੀ ਦੇ ਕਾਲੇ ਬਿੱਲਾਂ ਦਾ, ਖੇਤੀ ਕਾਨੂੰਨ ਦੇ ਕਾਲੇ ਬਿੱਲਾਂ ਦਾ ਵਿਰੋਧ ਕਰਨ ਲਈ 19 ਤਰੀਕ ਨੂੰ ਬਣਿਆ ਨਹੀਂ, ਬਿੱਲ ਤਿਆਰ ਨਹੀਂ ਹੋਇਆ। ਜਿਹੜਾ ਹੌਚ-ਪੌਚ ਸੀ 20 ਰੱਖ ਲਈ, 20 ਨੂੰ ਅਸੀਂ ਸਾਰਾ ਦਿਨ ਰਾਤ ਬੈਠੇ ਰਹੇ ਵੀ ਕੈਪਟਨ ਸਾਹਿਬ ਸਾਨੂੰ ਇੱਕ ਵਾਰ ਪੜ੍ਹਨ ਨੂੰ ਦੇ ਦਿਓ, ਅਸੀਂ ਪੜ੍ਹਨਾ ਚਾਹੁੰਦੇ ਹਾਂ ਵੀ ਇਹਦੇ 'ਚ ਲਿਖਿਆ ਕੀ ਹੈ। ਤੁਸੀਂ ਬਿੱਲ ਬਣਾ ਲਿਆ, ਪਾਸ ਕਰਾਓ, ਤੁਹਾਡੇ ਕੋਲ ਬਹੁਤ ਸੰਮਤੀ ਹੈ, ਪਰ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ, ਅਸੀਂ ਆਮ ਲੋਕਾਂ ਦੇ ਹੱਕ 'ਚ, ਅਸੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਅਸੀਂ ਤੁਹਾਨੂੰ ਕੁਝ ਅਮੈਂਡ ਕਰਵਾ ਦਾਂਗੇ। ਜਦ ਕਿ ਸਾਨੂੰ ਜਿਹੜਾ ਖਰੜਾ ਦਿੱਤਾ ਗਿਆ ਜਦੋਂ ਐਨ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਉਦੋਂ ਦਿੱਤਾ ਗਿਆ। ਫਿਰ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ, ਸਾਨੂੰ ਅੱਧਾ ਘੰਟਾ ਪੜ੍ਹਨ ਦਾ ਦੇ ਦਿਓ, ਐਟਲੀਸਟ ਦਿਓ ਤਾਂ ਸਹੀ, ਅਸੀਂ ਪੜ੍ਹੀਏ, ਕਿਉਂਕਿ ਇਹ ਤਾਂ ਤੁਸੀਂ ਵੀ ਜਾਣ ਸਕਦੇ ਹੋ, ਪੜ੍ਹੇ ਤੋਂ ਬਿਨਾਂ ਆਪਾਂ ਕਿੱਦਾਂ ਬੋਲਾਂਗੇ। ਚਲੋ ਅਸੀਂ ਜਿੰਨਾ ਵੀ ਉੱਥੇ ਬੈਠਿਆਂ ਨੂੰ ਸਾਨੂੰ ਕਿਹਾ ਗਿਆ ਵੀ ਜਦ ਤੱਕ ਕਾਂਗਰਸ ਦੇ ਲੀਡਰ ਬੋਲਦੇ ਆ ਉਦੋਂ ਤੱਕ ਤੁਸੀਂ ਬੋਲ ਲਓ। ਅਸੀਂ ਜਿੰਨਾ ਆਪਣੇ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ, ਅਸੀਂ ਕੋਸ਼ਿਸ਼ ਕੀਤੀ MSP ਅਸ਼ੋਰ ਪੱਕਾ ਦਿਓ, ਪ੍ਰੋਕਿਉਰਮੈਂਟ ਪ੍ਰਾਈਸ ਦਿਓ, ਤੀਜੀ ਅਸ਼ੋਰਡ ਪਰਚੇਜ਼ ਪ੍ਰਾਈਸ ਵੀ ਕਿਸਾਨ ਦਾ ਮੁੱਲ ਕਿਸਾਨ ਨੂੰ ਮਿਲੇ, ਜੇ ਦੂਜੇ ਚੱਕਦੇ ਦੂਜੇ ਚੱਕਣ, ਨਹੀਂ ਤੁਸੀਂ ਚੱਕੋ ਫਸਲ। ਉਹ ਕਹਿੰਦੇ ਅਸੀਂ ਕਿੱਦਾਂ ਚੱਕ ਲਈਏ? 60,000 ਕਰੋੜ ਰੁਪਏ ਦੇ ਲਗਭਗ ਫਸਲ ਬਣਦੀ ਹੈ, ਪੰਜਾਬ ਕੋਲ ਤਾਂ ਇੰਨਾ ਬਜਟ ਹੀ ਨਹੀਂ ਹੈਗਾ। ਦੇਖੋ ਜੀ ਮੇਰੀ ਗੱਲ ਸੁਣੋ, ਕੈਪਟਨ ਸਾਹਿਬ ਨੂੰ ਕਹੋ ਸਿਸਮਾਂ ਦਾ ਸਾਹੀ ਮਹਿਲ 6 ਮਹੀਨੇ 'ਚ ਖੜਾ ਹੋ ਗਿਆ, ਤੁਹਾਡਾ ਉਹਦਾ ਬਜਟ ਕਿੱਥੋਂ ਆ ਗਿਆ? ਤੇ ਦੂਜਾ ਜਿਹੜਾ ਤੁਹਾਡੇ ਆਪ ਹੀ ਖਰਚੇ ਇੰਨੇ ਆ ਨਵੇਂ ਤੁਸੀਂ ਚੇਅਰਮੈਨ ਅਪਾਇੰਟ ਕਰੀ ਜਾਂਦੇ ਹੋ, ਵਿਜੀਲੈਂਸ ਦਾ ਚੇਅਰਮੈਨ ਨਵਾਂ ਲਾਤਾ ਜਦ ਕਿ 3 ਅਦਾਰੇ ਪਹਿਲਾਂ, ਉਹਦਾ ਬਜਟ ਕਿੱਥੋਂ ਆ ਗਿਆ? ਲੋਕਾਂ ਦੀ ਰੋਟੀ ਖਵਾਉਣ ਲਈ ਬਜਟ ਹੈ ਨਹੀਂ। ਜੇ ਤਾਂ ਅਸੀਂ ਤੁਹਾਨੂੰ ਸਾਰੇ ਦਾ ਸਾਰਾ ਤਾਂ ਨਹੀਂ ਕਹਿੰਦੇ, ਤੁਸੀਂ ਅਰੇਂਜਮੈਂਟ ਕਰੋ, ਜਿੱਥੋਂ ਮਰਜ਼ੀ ਕਰੋ। ਅਸੀਂ ਤੁਹਾਨੂੰ ਕਹਿ ਰਹੇ ਹਾਂ ਵੀ ਲੀਕਰ ਕਾਰਪੋਰੇਸ਼ਨ ਬਣਾ ਲਓ, ਜਿਹਦੇ ਦੂਜੇ ਰਾਜ ਜਦੋਂ ਵੱਡੀ ਕਮਾਈ ਕਰ ਰਹੇ ਤੁਸੀਂ ਕਰ ਲਓ। ਨਹੀਂ ਤੁਸੀਂ ਇਸ ਤਰ੍ਹਾਂ ਕਰੋ, ਸਾਨੂੰ ਕਰਕੇ ਦਿਖਾਓ, ਸਾਨੂੰ ਹੋਵੋ ਸਾਈਡ ਤੇ, ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਅਸੀਂ ਲਿਆ ਕੇ ਪੈਸਾ ਬਚਾ ਕੇ ਤੁਹਾਨੂੰ ਬਚਾ ਕੇ ਦਿਖਾ ਦਿੰਦੇ ਹਾਂ। ਸਾਡੇ ਆਪਣੇ ਖਰਚ ਘੱਟ ਹੋਣੇ ਚਾਹੀਦੇ ਆ, ਲੋਕਾਂ ਦੇ ਲਈ ਸਾਡੇ ਖਰਚ ਵੱਧ ਹੋਣੇ ਚਾਹੀਦੇ ਆ, ਪਰ ਕਾਂਗਰਸ ਸਰਕਾਰ ਦੇ ਆਪਦੇ ਲਈ ਖਰਚ ਵੱਧ ਆ, ਲੋਕਾਂ ਲਈ ਘੱਟ ਹੈ। ਦੂਸਰੀ ਗੱਲ ਤੁਸੀਂ ਕਹੀ ਬਿੱਲ ਵਿਰੋਧ ਕਰਤਾ। ਅਸੀਂ ਜਦੋਂ ਉੱਥੇ ਗਏ, ਸਭ ਤੋਂ ਪਹਿਲਾਂ ਤਾਂ ਮੋਦੀ ਸਾਹਿਬ ਨੂੰ ਇਹ ਦੱਸਣਾ ਜ਼ਰੂਰੀ ਸੀ ਵੀ ਪੰਜਾਬ ਦੇ MLA ਸਾਰੇ ਇਕੱਠੇ ਆ, ਤੁਸੀਂ ਕੁਝ ਵੀ ਕਰੋਗੇ ਪੰਜਾਬ ਦੇ ਲੋਕ ਵਿਰੋਧ 'ਚ ਉਤਰਨਗੇ। ਉਹ ਤਾਕਤ ਸਾਡਾ ਫਰਜ਼ ਬਣਦਾ ਸੀ ਦਿਖਾਉਣ ਦਾ, ਪੰਜਾਬ ਦੇ ਲੋਕਾਂ ਲਈ ਅਸੀਂ ਦਿਖਾਈ। ਅਗਲੇ ਦਿਨ ਆ ਕੇ ਅਸੀਂ ਸਭ ਤੋਂ ਪਹਿਲਾਂ ਮੋਦੀ ਸਾਹਿਬ ਨੂੰ, ਕੈਪਟਨ ਸਾਹਿਬ ਨੂੰ ਕਿਹਾ ਸੈਸ਼ਨ ਦੇ ਵਿੱਚ ਵੀ ਕੈਪਟਨ ਸਾਹਿਬ ਸੈਸ਼ਨ ਬੁਲਾਇਆ ਸੀ ਆਪਾਂ ਸਿਰਫ ਬਿੱਲਾਂ ਲਈ, ਬਿੱਲਾਂ 'ਤੇ ਡਿਸਕਸ਼ਨ ਕਰੀਏ। ਤੁਸੀਂ 5 ਬਿੱਲ ਹੋਰ ਲੈ ਆਉਂਦੇ ਵਿੱਚ, ਉਹਦੇ 'ਚ ਤੁਹਾਡਾ ਫਾਇਦਾ ਹੋ ਸਕਦਾ, ਕਿਸਾਨਾਂ ਦਾ ਇਹਦੇ ਨਾਲ ਕੋਈ ਫਾਇਦਾ ਨਹੀਂ। ਤੁਸੀਂ ਆਪਣੇ ਚਹੇਤੇ ਚੇਅਰਮੈਨ ਅਪਾਇੰਟ ਕਰਨੇ ਕਰੋ, ਪਰ ਨਾਲ ਕਿਸਾਨਾਂ ਲਈ ਦੱਸੋ। ਹੁਣ ਤੁਸੀਂ ਦੱਸੋ MSP ਦਿਓਗੇ? ਜਦੋਂ ਉਦੋਂ MSP ਦੀ ਗੱਲ ਹੋਈ ਜਾਂ ਪ੍ਰੋਕਿਉਰਮੈਂਟ ਪ੍ਰਾਈਸ ਦੀ ਜਾਂ ਅਸ਼ੋਰਡ ਪਰਚੇਜ਼ ਦੀ ਗੱਲ ਹੋਈ, ਉਦੋਂ ਕੈਪਟਨ ਸਾਹਿਬ ਕਹਿੰਦੇ ਵੀ ਤੁਸੀਂ ਕੱਲ੍ਹ ਵਿਰੋਧ ਕਰਦੇ। ਅਸੀਂ ਕੱਲ੍ਹ ਵਿਰੋਧ ਕਿਉਂ ਕਰਦੇ? ਅਸੀਂ ਮੋਦੀ ਦੇ ਕਾਲੇ ਬਿੱਲਾਂ ਦਾ ਵਿਰੋਧ ਇਕੱਠੇ ਕਰਾਂਗੇ, ਪਰ ਨਾਲ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਾਂਗੇ ਵੀ ਦਿਓ MSP, ਦਿਓ ਪ੍ਰੋਕਿਉਰਮੈਂਟ ਪ੍ਰਾਈਸ। ਤੁਸੀਂ ਕਿਉਂ ਨਹੀਂ ਦੇ ਸਕਦੇ? ਤੁਸੀਂ ਸਭ ਕੁਝ ਦੇ ਸਕਦੇ ਆ, ਨਹੀਂ ਦੇਣੀ ਤਾਂ ਇਸ ਤਰ੍ਹਾਂ ਕਰੋ ਕੈਪਟਨ ਸਾਹਿਬ, 1 ਮਹੀਨਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦਾ, ਤੁਸੀਂ ਸਾਈਡ ਤੇ ਬੈਠ ਕੇ ਦੇਖਿਓ, ਤੁਹਾਡੇ ਖਜ਼ਾਨੇ ਤੋਂ ਨਹੀਂ, ਅਸੀਂ ਤੁਹਾਨੂੰ ਸਭ ਕੁਝ ਕਰਕੇ। ਦਿੱਲੀ 'ਚ ਤਾਂ ਤੁਹਾਡੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਉਹ ਕਹਿੰਦੇ ਫਿਰ ਦਿੱਲੀ 'ਚ ਕਿਉਂ ਨਹੀਂ ਮਤਾ ਪੇਸ਼ ਕਰੇ? ਦੇਖੋ ਜੀ, ਮਤੇ ਦੀ ਗੱਲ ਨਹੀਂ, ਦਿੱਲੀ 'ਚ ਅਸੀਂ MSP ਪਹਿਲਾਂ ਹੀ ਦੇ ਰਹੇ ਹਾਂ, ਜਿਹੜੀ ਉੱਥੇ 2600 ਕੁਛ ਹੈ, ਤੇ ਕਣਕ ਤੇ ਵੀ ਸਾਡਾ ਰੇਟ ਜ਼ਿਆਦਾ। ਦੂਸਰੀ ਗੱਲ, ਜਦੋਂ ਕਣਕ ਦੀ ਫਸਲ ਦਾ ਨੁਕਸਾਨ ਹੋ ਜਾਂਦਾ ਅਸੀਂ 20,000 ਦੇ ਰਹੇ ਹਾਂ, ਗਰਦੌਰੀ ਬਾਅਦ 'ਚ ਕਰਾਉਂਦੇ ਹਾਂ। ਜੇ ਉੱਥੋਂ ਦੇ ਕਿਸਾਨਾਂ ਨੂੰ ਸਮੱਸਿਆ ਆਉਂਦੀ ਆ, ਉਹ ਵੀ ਪੰਜਾਬ ਵਾਂਗ ਧਰਨੇ ਤੇ ਬੈਠਦੇ, ਉਹਨਾਂ ਦੇ ਕਿਸਾਨਾਂ ਨੂੰ ਸਮੱਸਿਆ ਜਿੰਨੀ ਚਾਹੀਦੀ ਸੀ ਉਹਦਾ ਕੇਜਰੀਵਾਲ ਜੀ ਹੱਲ ਕੱਢ ਰਹੇ ਆ। ਸਿਰਫ ਦਿੱਲੀ ਦੇਖਣ ਦੇ ਨਾਲ ਪੰਜਾਬ ਨਹੀਂ ਸੌਖਾ ਹੋ ਜਾਂਦਾ। ਪੰਜਾਬ ਦਾ ਫਰਜ਼ ਬਣਦਾ ਬਈ ਰਾਹੁਲ ਗਾਂਧੀ ਜੀ ਦਾ ਰੋਡ ਸ਼ੋਅ ਕਰਨਾ ਬੰਦ ਕਰਨ, ਉੱਤੇ ਸਰਕਾਰੀ ਖਰਚੇ ਬੰਦ ਕਰਨ, ਇਹ ਲੋਕਾਂ ਨੂੰ ਕਿਸਾਨਾਂ ਨੂੰ ਰਾਹਤ ਕਿੱਦਾਂ ਦੇਣੀ ਆ ਉਹਦੀ ਗੱਲ ਕਰ। ਉਹ ਕਹਿੰਦੇ ਦਿੱਲੀ ਦਾ ਪੰਜਾਬ ਦੇ ਨਾਲ ਕੰਪੈਰੀਜ਼ਨ ਨਾ ਕਰਨ, ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਆ ਉਹ ਬਹੁਤ ਜ਼ਿਆਦਾ, ਖੇਤੀ ਬਹੁਤ ਜ਼ਿਆਦਾ ਹੁੰਦੀ ਆ, ਇੰਨਾ ਪੈਸਾ ਨਹੀਂ ਇਨਵੈਸਟ ਕਰ ਸਕਦੀ ਪੰਜਾਬ ਸਰਕਾਰ। ਦੇਖੋ ਜੀ, ਕਦੇ ਕੁਛ ਜਦੋਂ ਤੱਕ ਕੈਪਟਨ ਸਾਹਿਬ ਨੇ ਆਪ ਗੱਲ ਕਰਨੀ ਹੁੰਦੀ ਹੈ ਕਹਿੰਦੇ ਦਿੱਲੀ ਤੋਂ ਕਰਾ ਲਓ, ਜਦੋਂ ਅਸੀਂ ਕਹਿੰਦੇ ਦਿੱਲੀ ਕਰ ਗਈ ਕਹਿੰਦੇ ਪੰਜਾਬ ਸਾਡਾ ਕੀ ਮੇਲ। ਕੈਪਟਨ ਸਾਹਿਬ ਨੂੰ ਕੋਈ ਇੱਕ ਸਟੈਂਡ ਰੱਖਣ ਤੁਸੀਂ। ਕੇਜਰੀਵਾਲ ਕਿਉਂ ਨਹੀਂ ਮਤਾ ਪਾਸ ਕਰ ਰਹੇ ਉੱਥੇ? ਮੇਰੀ ਗੱਲ ਸੁਣੋ ਇੱਕ ਮਿੰਟ,
ਜਦੋਂ ਤਾਂ ਕੈਪਟਨ ਸਾਹਿਬ ਨੂੰ ਕਹਿੰਦੇ ਐਮਐਸਪੀ ਦਿਓ, ਉਹ ਕਹਿੰਦੇ ਦਿੱਲੀ, ਅਸੀਂ ਕਹਿੰਦੇ ਦਿੱਲੀ ਵਾਲਿਆਂ ਨੇ ਦਿੱਤੇ, ਉਹ ਕਹਿੰਦੇ ਦਿੱਲੀ ਦਾ ਕੀ ਮੇਲ। ਕੈਪਟਨ ਸਾਹਿਬ ਤੋਂ ਹੀ ਤੁਸੀਂ ਪੁੱਛ ਲਓ, ਤੁਸੀਂ ਇੱਕ ਸਟੈਂਡ ਕਿਹੜਾ ਰੱਖਣਾ, ਜਿਹੜਾ ਰੱਖਣਾ ਚਾਹੁੰਦੇ ਉਹੀ ਰੱਖ ਲੈਣਾ, ਅਸੀਂ ਉਹਦੇ ਤੇ ਤੁਰ ਪਾਂਗੇ। ਜੇ ਕੈਪਟਨ ਸਾਹਿਬ ਕਹਿੰਦੇ ਮੈਂ ਦਿੱਲੀ ਨੂੰ ਦੇਖ ਕੇ ਕੰਮ ਕਰਨੇ ਆ ਤੇ ਅਸੀਂ ਦਿੱਲੀ 'ਚ ਕਰਾਂਗੇ ਕੰਮ। ਜੇ ਕੈਪਟਨ ਸਾਹਿਬ ਕਹਿੰਦੇ ਵੀ ਦਿੱਲੀ ਦੀ ਗੱਲ ਨਾ ਕਰੋ, ਅਸੀਂ ਪੰਜਾਬ ਨੂੰ ਦੇਖ ਕੇ ਦਿੱਲੀ ਕੰਮ ਕਰੇ, ਤਾਂ ਪਹਿਲਾਂ ਦਿੱਲੀ ਪੰਜਾਬ ਕੰਮ ਤਾਂ ਕਰਕੇ ਦਿਖਾ ਦੇਵੇ ਜੀ। ਨਹੀਂ, ਉਹ ਕਹਿ ਰਹੇ ਖੇਤੀ ਕਾਨੂੰਨਾਂ ਦੇ ਖਿਲਾਫ ਮਤਾ ਕਿਉਂ ਨਹੀਂ ਪਾਸ ਕਰ ਰਹੇ ਕੇਜਰੀਵਾਲ? ਜਿਹੜਾ ਕੁਝ ਕੇਜਰੀਵਾਲ ਜੀ ਦੇ ਰਹੇ ਉਹ ਦੇ ਰਹੇ ਆ। ਦੇਖੋ ਮੇਰੀ ਗੱਲ ਸੁਣੋ, ਕੇਜਰੀਵਾਲ ਤਾਂ ਐਮਐਸਪੀ ਦੇ ਰਿਹਾ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਰਿਹਾ, 20,000 ਦੇ ਰਿਹਾ। ਕੇਜਰੀਵਾਲ ਦੇ ਕਿਸਾਨਾਂ ਨੂੰ ਮਿਲ ਰਿਹਾ ਗਰਦੌਰੀ ਤੇ ਜਿਹੜੀ ਫਸਲ ਦਾ ਨੁਕਸਾਨ ਮਿਲ ਰਿਹਾ, ਉੱਥੇ ਉਹਦੇ 'ਚੋਂ ਅੱਧਾ ਹੀ ਦੇ ਦੇਣ, ਕੁਛ ਤਾਂ ਦੇਣ। ਇਹ ਤਾਂ ਕਹਿੰਦੇ ਵੀ ਦੇਣਾ ਅਸੀਂ ਕੁਛ ਨਹੀਂ, ਪਰ ਨਿੰਦਣਾ ਠੀਕ ਹੈ, ਉਹ ਚੀਜ਼ਾਂ ਦੇ ਰਹੇ ਨੇ, ਉਹਨਾਂ ਦੀ ਸ਼ਲਾਘਾ ਵੀ ਹੁੰਦੀ ਆ, ਪੰਜਾਬ ਦੇ ਵਿੱਚ ਵੀ ਸ਼ਲਾਘਾ ਹੁੰਦੀ, ਦਿੱਲੀ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ, ਪਰ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਮਤਾ ਪਾਸ ਹੋਣਾ ਚਾਹੀਦਾ ਜਾਂ ਨਹੀਂ? ਮੇਰੀ ਗੱਲ ਸੁਣੋ, ਬਿਲਕੁਲ ਹੋਣਾ ਚਾਹੀਦਾ ਖੇਤੀ ਕਾਨੂੰਨਾਂ ਦੇ ਖਿਲਾਫ ਮਤਾ। ਤੁਹਾਡੀ ਕੇਜਰੀਵਾਲ ਦੇ ਨਾਲ ਗੱਲ ਹੋਈ? ਮੇਰੀ ਗੱਲ ਸੁਣੋ, ਪੰਜਾਬ ਦੀ ਐਮਐਸਪੀ ਬੰਦ ਹੋਈ ਹੈ, ਦਿੱਲੀ 'ਚ ਤਾਂ ਐਮਐਸਪੀ ਪਹਿਲਾਂ ਹੀ ਉਨੀ ਕੁ। ਪੰਜਾਬ ਦੇ ਵਿੱਚ ਅੱਜ ਕਿਸਾਨ ਤਰਾ ਕਰ ਰਿਹਾ, ਦਿੱਲੀ ਦੇ ਵਿੱਚ ਨਹੀਂ ਕਰ ਰਿਹਾ। ਜਿਹੜੀ ਅੱਜ ਦੀ ਲੋੜ ਹੈ ਉਹ ਪੰਜਾਬ ਦੇ ਲੋ, ਅਸੀਂ ਪੰਜਾਬ ਦੇ ਐਮਐਲਏ ਆ। ਜੇ ਹਰ ਗੱਲ ਤੇ ਅਸੀਂ ਤੁਹਾਡੇ ਕੈਮਰੇ ਦੇ ਮੂਹਰੇ ਦਿੱਲੀ ਕਰੀ ਜਾਵਾਂਗੇ, ਤੁਸੀਂ ਵੀ ਸਾਨੂੰ ਪੁੱਛੋਗੇ ਵੀ ਪੰਜਾਬ ਬਾਰੇ ਕਦੇ ਬੋਲੋਗੇ? ਦੂਜੀ ਗੱਲ ਜਿਹੜੀ ਅਰਵਿੰਦ ਜੀ ਨਾਲ ਗੱਲ ਹੋਣ ਦੀ ਗੱਲ ਹੈ, ਅਕਸਰ ਅਰਵਿੰਦ ਜੀ ਕਹਿੰਦੇ ਜਿੱਥੇ ਗਰੀਬ ਤੇ ਕਿਸਾਨ ਦੀ ਗੱਲ ਹੋਵੇ ਉੱਥੇ ਉਹਨੇ ਨਾਲ ਖੜੇ ਹੋ। ਅਸੀਂ ਵੀ ਖੜਦੇ ਹਾਂ, ਤੁਸੀਂ ਵੀ ਖੜੇ ਹੋ। ਜਿਹੜਾ ਕੁਝ ਉਹਨਾਂ ਨੇ 3rd ਕਲਾਸ 4th ਕਲਾਸ ਜਾਂ 2nd ਕਲਾਸ ਦੇ ਲੋਕਾਂ ਨੂੰ ਦਿੱਲੀ 'ਚ ਦੇਤਾ, ਉਹ ਇੱਕ ਐਗਜ਼ਾਮਪਲ ਸੈੱਟ ਆ। ਜੇ ਕੈਪਟਨ ਸਾਹਿਬ ਕਹਿੰਦੇ ਆ ਬਈ ਮੈਂ ਦਿੱਲੀ ਦੇ ਪਿੱਛੇ ਲੱਗਾਂਗਾ, ਤਾਂ ਅਸੀਂ ਦਿੱਲੀ ਮੂਹਰੇ ਲਾਉਣ ਨੂੰ ਤਿਆਰ ਆ, ਤੇ ਕੈਪਟਨ ਸਾਹਿਬ ਪਿੱਛੇ ਹਟ ਜਾਣ। ਜੇ ਕੈਪਟਨ ਸਾਹਿਬ ਕਹਿੰਦੇ ਮੈਂ ਪੰਜਾਬ ਨੂੰ ਦਿੱਲੀ ਦੇ ਪਿੱਛੇ ਲਾਉਣਾ, ਪੰਜਾਬ ਪਿੱਛੇ ਦਿੱਲੀ ਲਾਉਣਾ ਚਾਹੁੰਦਾ, ਕੈਪਟਨ ਸਾਹਿਬ ਨੂੰ ਕਹੋ ਅਰਵਿੰਦ ਕੇਜਰੀਵਾਲ ਵਰਗੇ ਕੰਮ ਕਰਕੇ ਦਿਖਾਓ, ਅਸੀਂ ਪਿੱਛੇ ਲੱਗਣ ਨੂੰ ਤਿਆਰ ਹਾਂ। ਅੱਛਾ ਮੈਡਮ, ਕੈਪਟਨ ਅਮਰਿੰਦਰ ਸਿੰਘ ਹੋਣੀ ਕਹਿੰਦੇ ਨੇ ਕਿ ਅਸੀਂ ਬਿੱਲ ਦੇ ਵਿੱਚ ਐਮਐਸਪੀ ਦੀ ਗੱਲ ਕਰਦੇ, ਅਸੀਂ ਤਾਂ ਉਹਦੇ ਵਿੱਚ ਪ੍ਰਾਵਧਾਨ ਲਿਆਤਾ ਕਿ ਜੇਕਰ ਐਮਐਸਪੀ ਤੋਂ ਥੱਲੇ ਖਰੀਦ ਹੁੰਦੀ ਤਾਂ ਉਹਨੂੰ 3 ਸਾਲ ਦੀ ਸਜ਼ਾ ਹੋਵੇਗੀ। ਪਹਿਲੀ ਗੱਲ ਤਾਂ ਜਿਹੜਾ ਇਹ ਬਿੱਲ ਆਇਆ ਇਹ ਇੱਕ ਅਮੈਂਡਮੈਂਟ ਬਿੱਲ ਹੈ, ਪ੍ਰੋਪਰ ਬਿੱਲ ਨਹੀਂ ਲੈ ਕੇ ਆਏ, ਅਮੈਂਡਮੈਂਟ ਕੀਤੀ ਹੋਈ ਹੈ। ਅਮੈਂਡਮੈਂਟ ਦੀ ਕਿਹੜੀ ਗੱਲ ਸੀਗੀ? ਦੂਸਰੀ ਗੱਲ ਤੁਸੀਂ ਐਮਐਸਪੀ ਦੀ ਕਰ ਰਹੇ ਹੋ, ਐਮਐਸਪੀ ਦੀ ਤਾਂ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਹੋਈ। ਐਮਐਸਪੀ ਕੀ ਤੇ ਮਿਲ ਰਹੀ ਹੈ? ਕਣਕ ਦੇ ਝੋਨੇ ਦੇ ਉੱਤੇ। ਮਾਲਵਾ ਪੱਟੀ ਸਾਰੀ ਨਰਮੇ ਦੀ ਆ, ਉਹ ਤੇ ਐਮਐਸਪੀ ਮਿਲ ਹੀ ਨਹੀਂ ਰਹੀ ਹੈਗੀ। ਉੱਥੋਂ ਦਾ ਜਿਹੜਾ ਕਿਸਾਨ ਆ ਉਹ ਰੋੜ ਰਿਹਾ ਹੈਗਾ, ਉਸ ਤੋਂ ਵੀ ਮਿਲਣੀ ਚਾਹੀਦੀ ਹੈ। ਇੱਕ ਪਾਸੇ ਤਾਂ ਤੁਸੀਂ ਬਾਹਰਲੇ ਰਾਜਾਂ ਦੇ, ਬਾਹਰਲੇ ਦੇਸ਼ਾਂ ਤੋਂ, ਤੁਸੀਂ ਅਰਬ ਕੰਟਰੀਆਂ ਚੋਂ ਜਾਂ ਹੋਰ ਵੀ ਰਾਜਾਂ ਦੇ ਵਿੱਚੋਂ ਤੁਸੀਂ ਖੁਰਾਕੀ ਤੇਲ ਲੈ ਰਹੇ ਹੋ, ਦਾਲਾਂ ਲੈ ਰਹੇ ਹੋ, ਤੇ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਨਹੀਂ ਪ੍ਰੋਪਰ ਐਮਐਸਪੀ ਦੇ ਦਿੰਦੇ? ਨਾਲੇ ਇਹ ਕਹਿੰਦੇ ਕਿ ਅਸੀਂ ਸਜ਼ਾ ਦੇਵਾਂਗੇ, ਸਜ਼ਾ ਤਾਂ ਬਾਅਦ ਦੀ ਗੱਲ ਆ, ਤੁਸੀਂ ਪ੍ਰੋਪਰ ਐਮਐਸਪੀ ਦੇ ਦਿਓ, ਤੇ ਫਿਰ ਜਿਹੜੀਆਂ ਦੂਸਰੀਆਂ ਚੋਰ ਮੋਰੀਆਂ ਲੋਕੀ ਦੂਸਰੇ ਤਰੀਕੇ ਨਾਲ ਅਪਣਾ ਲੈਣਗੇ। ਜੇ ਤੁਸੀਂ ਐਡੀ ਹੀ ਗੱਲ ਕਰਦੇ ਹੋ, ਜਦੋਂ ਜਾਂਦੇ ਕਿਸਾਨ ਨਰਮਾ ਲੈ ਕੇ ਆਉਂਦਾ ਆਪਦੀ ਦਾਣਾ ਮੰਡੀ ਦੇ ਵਿੱਚ, ਇਹ ਕਹਿ ਦਿੰਦੇ ਜਿਹੜੇ ਖਰੀਦਦੇ ਨੇ, ਖਰੀਦਦਾਰ ਨੇ, ਕਿ ਤੇਰੀ ਤਾਂ ਫਸਲ 'ਚ ਮੋਇਸਚਰ ਹੈ, ਤੇਰੀ ਫਸਲ 'ਚ ਨਮੀ ਹੈ। ਗੱਲਬਾਤ ਤਾਂ ਫਿਰ ਉੱਥੇ ਆ ਜਾਂਦੀ ਹੈ। ਫਿਰ ਜਿਹੜੀਆਂ ਇਹ ਦਰਜਾਬੰਦੀ ਹੁੰਦੀ ਹੈ, ਇਹਨੂੰ ਕਿਵੇਂ ਰੋਕੋਗੇ? ਚੋਰ ਮੋਰੀਆਂ ਨੂੰ ਤੁਸੀਂ ਕਿਵੇਂ ਰੋਕੋਗੇ? ਪ੍ਰੋਪਰ ਐਮਐਸਪੀ ਦਿੱਤੀ ਹੀ ਨਹੀਂ ਗਈ। ਝੂਠ ਦਾ ਪੁਲੰਦਾ ਇਹਨਾਂ ਦਾ ਐਮੈਂਡਮੈਂਟ ਐਕਟ। ਸਿਮਰਜੀਤ ਬੈਂਸ ਤੰਜ ਕੱਸਦੇ ਨੇ, ਕਹਿੰਦੇ ਨੇ ਕਿ ਇਹ ਜਿਹੜੀਆਂ ਗੱਲਾਂ ਹੁਣ ਆਮ ਆਦਮੀ ਪਾਰਟੀ ਕਰ ਰਹੀ ਹੈ ਵਿਧਾਨ ਸਭਾ 'ਚ ਕਰਦੇ, ਕਹਿੰਦੇ ਵਿਧਾਨ ਸਭਾ ਦੇ ਵਿੱਚ ਤਾਂ ਇਹ ਕੈਪਟਨ ਅਮਰਿੰਦਰ ਸਿੰਘ ਦੇ ਹਰੇ ਰੰਗ ਦੀ ਪੱਗ ਦੀ ਸ਼ਲਾਘਾ ਕਰਦੇ ਰਹੇ ਨੇ। ਦੇਖੋ, ਅਸੀਂ ਪਹਿਲਾਂ ਵੀ ਇਹ ਗੱਲ ਕਹੀ ਆ, ਅਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਹਮੇਸ਼ਾ ਚੱਕਦੇ ਰਹੇ ਹਾਂ। ਅਸੀਂ ਇਹਨਾਂ ਤੋਂ ਬਿੱਲ ਮੰਗੇ ਸੀ ਕਿ ਸਾਨੂੰ ਬਿੱਲ ਦੀ ਕਾਪੀ ਦੇ ਦਿਓ। ਤੁਸੀਂ ਸਾਰੇ ਮੀਡੀਆ ਵਾਲਿਆਂ ਨੇ ਦੇਖਿਆ ਕਿ ਅਸੀਂ ਸਾਰੀ ਰਾਤ ਉੱਥੇ ਧਰਨਾ ਦਿੱਤਾ ਕਿ ਸਾਨੂੰ ਬਿੱਲ ਦੀਆਂ ਕਾਪੀਆਂ ਦਿੱਤੀਆਂ ਜਾਣ, ਕਿਉਂਕਿ ਜਿੰਨਾ ਚਿਰ ਅਸੀਂ ਇੱਕ ਬੁੱਕ ਨੂੰ ਪੜ੍ਹਾਂਗੇ ਨਹੀਂ, ਬਿੱਲ ਨੂੰ ਪੜ੍ਹਾਂਗੇ ਨਹੀਂ, ਤਾਂ ਅਸੀਂ ਕੀ ਉਸ 'ਤੇ ਡਿਬੇਟ ਕੀ ਕਰਾਂਗੇ? ਫਿਰ ਵੀ ਸਾਡੇ ਸਾਰੇ ਹੀ ਐਮਐਲਏ ਡਟ ਕੇ ਬੋਲੇ ਨੇ ਕਿ ਤੁਸੀਂ ਇਹ, ਪਹਿਲੀ ਗੱਲ ਤਾਂ ਅਮੈਂਡਮੈਂਟ ਬਿੱਲ ਹੈ, ਦੂਸਰੀਆਂ ਇਹ ਖਾਮੀਆਂ ਨੇ। ਫਿਰ ਵੀ ਸਾਰੇ ਲੋਕਾਂ ਨੂੰ ਲੱਗੇ ਕਿ ਇਹ ਪੰਜਾਬ ਦੇ ਵਿੱਚ ਇਕੱਠੇ ਨੇ, ਕੇਂਦਰ ਨੂੰ ਲੱਗੇ, ਮੋਦੀ ਸਾਹਿਬ ਨੂੰ ਲੱਗੇ ਕਿ ਇਕੱਠੇ ਹੈ। ਅਸੀਂ ਮੋਦੀ ਸਾਹਿਬ ਦੇ ਕਾਲੇ ਕਾਨੂੰਨਾਂ ਦੇ ਵਿਰੁੱਧ ਅਸੀਂ ਇਕੱਠੇ ਗਏ ਸੀ, ਪਰ ਫਿਰ ਵੀ ਅਸੀਂ ਆਵਾਜ਼ ਕਿਉਂ ਨਾ ਉਠਾਈਏ? ਸਿਮਰਜੀਤ ਬੈਂਸ ਜੀ ਆਵਾਜ਼ ਉਠਾ ਲੈਣ। ਉਹ ਸਾਨੂੰ ਕਹਿੰਦੇ ਨੇ, ਉਹਨਾਂ ਨੂੰ ਕੀ ਗੱਲ, ਸਾਡੀ ਸਰਕਾਰ ਹੈ ਇੱਥੇ, ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ, ਸਰਕਾਰ ਕਿਹਦੀ ਹੈ? ਕੈਪਟਨ ਸਾਹਿਬ ਦੀ। ਮੈਨੂੰ ਲੱਗਦਾ ਉਹ ਕੈਪਟਨ ਸਾਹਿਬ ਦਾ ਸੱਜਾ ਹੱਥ ਬਣ ਕੇ ਇਹ ਗੱਲ ਕਰ ਰਹੇ ਆ। ਉਹਨਾਂ ਨੂੰ ਤਾਂ ਇਹ ਮਤਲਬ ਹੀ ਨਹੀਂ ਸੀ। ਉਹਨਾਂ ਨੂੰ ਸਾਡਾ ਸਾਥ, ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ ਜਾਂ ਕੈਪਟਨ ਸਾਹਿਬ ਦਾ? ਮੈਨੂੰ ਲੱਗਦਾ ਉਹ ਉਹਨਾਂ ਦੀ ਬੀ ਟੀਮ ਬਣ ਕੇ ਕੰਮ ਕਰ ਰਹੇ ਨੇ, ਜਿਹੜੇ ਇਹੋ ਜਿਹੇ ਬਿਆਨ, ਗਲਤ ਬਿਆਨ ਦੇ ਰਹੇ ਨੇ ਉਹ। ਅੱਛਾ, ਮੁੱਦਾ ਇੱਕ ਹੈ ਖੇਤੀ ਕਾਨੂੰਨਾਂ ਦਾ ਮੁੱਦਾ। ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ, ਪਰ ਇੱਕ ਦੂਜੇ ਤੇ ਬਿਆਨਬਾਜ਼ੀ ਕਿਉਂ? ਤੁਹਾਨੂੰ ਕੀ ਲੱਗਦਾ ਕਿ ਸਿਆਸਤ ਹੋ ਰਹੀ ਹੈ? ਫਿਰ ਪਾਰਟੀਆਂ ਵੀ ਸਿਆਸਤ ਕਰ ਰਹੀਆਂ? ਬਿਲਕੁਲ ਵੀ ਸਿਆਸਤ ਨਹੀਂ ਹੋ ਰਹੀ। ਸਾਰੀਆਂ ਪਾਰਟੀਆਂ ਕਿਸਾਨਾਂ ਦੇ ਮੁੱਦਿਆਂ ਤੇ ਇਕੱਠੀਆਂ ਨੇ, ਤਾਂ ਹੀ ਅਸੀਂ ਗਵਰਨਰ ਸਾਹਿਬ ਕੋਲੇ ਇਹ ਬਿੱਲ ਲੈ ਕੇ ਗਏ ਸੀ, ਉਹਨਾਂ ਨੂੰ ਸੌਂਪੇ ਨੇ ਕਿ ਸਾਡੀ ਆਵਾਜ਼ ਨੂੰ ਕੇਂਦਰ ਤੱਕ ਪਹੁੰਚਾਇਆ ਜਾਵੇ। ਕੋਈ ਵੀ ਇਸ ਤੇ ਸਿਆਸਤ ਨਹੀਂ ਕਰ ਰਿਹਾ। ਅਸੀਂ ਇਹ ਕਹਿ ਰਹੇ ਹਾਂ ਕਿ ਕਿਸਾਨਾਂ ਨੂੰ ਧੋਖਾ ਨਾ ਦਿਓ। ਸਾਡਾ ਐਜ਼ ਏ ਆਮ ਆਦਮੀ ਪਾਰਟੀ ਵਿਰੋਧੀ ਤੇ ਸਾਡਾ ਫਰਜ਼ ਬਣਦਾ। ਵਿਰੋਧੀ ਪਾਰਟੀਆਂ ਕਰ ਰਹੀਆਂ ਨੇ, ਕਿਸਾਨਾਂ ਨੇ ਤਾਂ ਪੜ੍ਹ ਵਿਚਾਰ ਕੇ ਜਿਹੜਾ ਫੈਸਲਾ ਲਿਆ ਕਿ ਅਸੀਂ ਰੇਲ ਟਰੈਕਾਂ ਤੋਂ ਉੱਠ ਜਾਂਦੇ ਆ, ਇਹ ਬਿੱਲ ਉਹਨਾਂ ਨੇ ਪੜ੍ਹੇ ਸੀਗੇ।
ਦੇਖੋ ਰੇਲ ਟਰੈਕਾਂ ਤੋਂ ਜਿਹੜਾ ਤੁਸੀਂ ਗੱਲ ਕਹੀ ਹੈ, ਅੱਜ ਮੋਦੀ ਸਾਹਿਬ ਨੇ ਕੀ ਕਿਹਾ, ਚਾਹੇ ਉਹਨਾਂ ਦੀ ਕੋਈ ਗੱਲ ਲੈ ਲਓ ਚਾਹੇ ਧਮਕੀ ਲੈ ਲਓ, ਕਹਿੰਦੇ ਵੀ ਅਸੀਂ ਜਿੰਨਾ ਚਿਰ ਵੀ ਮਾਲ ਗੱਡੀਆਂ ਉਹਨਾਂ ਚਿਰ ਨਹੀਂ ਆਉਂਦੀ ਜਿੰਨਾ ਚਿਰ ਤੁਸੀਂ ਸਾਨੂੰ ਪੈਸੰਜਰ ਗੱਡੀਆਂ ਨਹੀਂ ਚਲਾਉਣ ਦਿੰਦੇ। ਮੈਨੂੰ ਲੱਗਦਾ ਇਹ ਆਪ ਇਹਨਾਂ ਦੇ ਬੀਜੇਪੀ ਦੇ ਲੀਡਰ ਜੇਪੀ ਨੱਡਾ ਜੀ ਕਹਿ ਰਹੇ ਜਿਹੜੇ ਇਹ ਧਰਨਿਆਂ ਤੇ ਬੈਠੇ ਨੇ ਇਹ ਕਿਸਾਨ ਨਹੀਂ, ਇਹ ਤਾਂ ਵਿਚੋਲੀਏ ਨੇ। ਮੈਨੂੰ ਲੱਗਦਾ ਕਿਸਾਨ ਵਿਚੋਲੀਏ ਨਹੀਂ, ਤੁਹਾਨੂੰ ਸ਼ਰਮ ਆਉਣੀ ਚਾਹੀਦੀ, ਮਾਫੀ ਮੰਗ ਲੈਣੀ ਚਾਹੀਦੀ ਹੈ। ਤੁਸੀਂ ਵਿਚੋਲੀ ਹੋ ਅੰਬਾਨੀਆਂ ਅੰਡਾਨੀਆਂ ਦੇ, ਤੁਹਾਡੀਆਂ ਮਾਲ ਗੱਡੀਆਂ ਰੁਕ ਰਹੀਆਂ ਨੇ, ਤੁਹਾਡਾ ਕੋਲਾ ਰੁਕ ਰਿਹਾ, ਤੁਹਾਡੇ ਫੈਕਟਰੀਆਂ ਦਾ ਕੰਮ ਰੁਕ ਰਿਹਾ। ਤੁਸੀਂ ਬੀਜੇਪੀ ਵਾਲਿਓ, ਤੁਸੀਂ ਅੰਬਾਨੀ ਅੰਡਾਨੀਆਂ ਦੇ ਵਿਚੋਲੀਏ ਬਣ ਕੇ ਕੰਮ ਕਰ ਰਹੇ ਹੋ। ਬੀਜੇਪੀ ਵਾਲਿਆਂ ਦੇ ਬੀਜੇਪੀ ਵਾਲੇ ਵਿਚੋਲੀਏ ਬਣੇ ਹੋਏ ਨੇ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਇਹਨਾਂ ਨੂੰ ਇਹ ਕੰਮ ਰੋਕ ਦੇਣਾ ਚਾਹੀਦਾ ਹੈ। ਅਸੀਂ ਕੋਈ ਸਿਆਸਤ ਨਹੀਂ ਕਰ ਰਹੇ, ਅਸੀਂ ਕਿਸਾਨੀ ਮੁੱਦਿਆਂ ਤੇ ਇਕੱਠੇ ਆ, ਪਰ ਜਿਹੜੇ ਉਸ ਬਿੱਲ ਦੇ ਵਿੱਚ ਖਾਮੀਆਂ ਸੀ ਸਾਡਾ ਫਰਜ਼ ਬਣਦਾ ਵਿਰੋਧੀ ਧਿਰ ਦੇ ਤੌਰ ਤੇ ਅਸੀਂ ਲੋਕਾਂ ਨੂੰ ਦੱਸੀਏ। ਨਹੀਂ ਤਾਂ ਸਾਨੂੰ ਜਿਤਾ ਕੇ ਭੇਜਿਆ, ਅਸੀਂ ਸਾਰੇ ਐਮਐਲਏ 1.5 ਲੱਖ 2-2 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ। ਸਾਡਾ ਇੱਥੇ ਆਉਣ ਦਾ ਕੀ ਫਾਇਦਾ ਅਗਰ ਅਸੀਂ ਲੋਕਾਂ ਦੀ, ਕਿਸਾਨ ਭਰਾਵਾਂ ਦੀ ਆਵਾਜ਼ ਹੀ ਨਹੀਂ ਚੁੱਕ ਸਕੇ ਤਾਂ। ਲੱਗਦਾ ਕਿ ਜਿਹੜੇ ਬਿੱਲ ਜੇਕਰ ਇਹ ਰਾਸ਼ਟਰਪਤੀ ਕੋਲ ਜਾਂਦੇ ਨੇ ਤਾਂ ਪਾਸ ਹੋਣਗੇ, ਮਨਜ਼ੂਰੀ ਮਿਲ ਸਕਦੀ ਇਹਨਾਂ ਨੂੰ? ਦੇਖੋ ਮੈਨੂੰ ਲੱਗਦਾ ਰਾਸ਼ਟਰਪਤੀ ਸਾਹਿਬ ਤਾਂ ਜੇ ਕਰਦੇ ਤਾਂ ਬਹੁਤ ਚੰਗੀ ਗੱਲ ਹੈ, ਪਰ ਉਹ ਮੈਨੂੰ ਲੱਗਦਾ ਕਰ ਦਿੰਦੇ ਨੇ ਤਾਂ ਫਿਰ ਲੱਗਦਾ ਕਿਸਾਨਾਂ ਦਾ ਹੱਲ ਹੋ ਜਾਏਗਾ। ਜੇ ਦੇਖੋ ਜੇ ਇਹ ਬਿੱਲ ਹੀ ਵਾਪਸ ਹੋ ਜਾਣ ਤਾਂ ਹੱਲ ਹੋ ਸਕਦਾ ਹੈ, ਪਰ ਮੈਨੂੰ ਲੱਗਦਾ ਨਹੀਂ, ਕਿਉਂਕਿ ਰਾਸ਼ਟਰਪਤੀ ਸਾਹਿਬ ਤਾਂ ਇੱਕ ਰਬੜ ਸਟੈਂਪ ਨੇ। ਉਹ ਤਾਂ ਜਿਵੇਂ ਪ੍ਰਧਾਨ ਮੰਤਰੀ ਜੀ ਕਹਿਣਗੇ ਉਹ ਤਾਂ ਉਵੇਂ ਹੀ ਕਰਨਗੇ। ਮੈਨੂੰ ਨਹੀਂ ਲੱਗਦਾ ਕਿ ਉਹ ਹੱਲ ਕਰ ਸਕਦੇ ਆ ਕਿਸਾਨਾਂ ਦਾ ਹੱਕ, ਜਿਹੜਾ ਕਿ ਬਲਕਿ ਜਿਵੇਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਹੱਕ ਮਿਲ ਰਹੇ ਸੀ, ਹੋਣਾ ਤਾਂ ਇਹ ਚਾਹੀਦਾ ਸੀ ਪੂਰੇ ਭਾਰਤ ਦੇ ਵਿੱਚ ਉਹ ਰੂਲ ਲਾਗੂ ਹੋਣੇ ਚਾਹੀਦੇ ਸੀ। ਹੋ ਗਿਆ ਉਲਟਾ, ਬਲਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਤੋਂ ਵੀ ਹੱਕ ਖੋਲੇ ਹੋਣਾ ਉਲਟਾ ਚਾਹੀਦਾ ਸੀ, ਹੋ ਗਿਆ ਉਲਟ। ਮੈਨੂੰ ਲੱਗਦਾ ਨਹੀਂ ਹੈ ਰਾਸ਼ਟਰਪਤੀ ਸਾਹਿਬ ਇਹ ਰੂਲ ਬਿੱਲ ਦੀਆਂ ਕਾਪੀਆਂ ਨੂੰ ਰੱਦ ਕਰ ਦੇਣਗੇ, ਪਰ ਕਿਉਂਕਿ ਉਹ ਕਠਪੁਤਲੀ ਨੇ ਪ੍ਰਧਾਨ ਮੰਤਰੀ ਜੀ, ਜੇ ਕਰਦੇ ਆ ਤਾਂ ਚੰਗੀ ਗੱਲ ਹੈ। ਅੱਛਾ, ਕੈਪਟਨ ਸਰਕਾਰ ਤੇ ਤਾਂ ਇਹ ਸਵਾਲ ਉੱਠ ਰਹੇ ਨੇ ਕਿ ਬਿੱਲ ਉਹਨਾਂ ਨੇ ਮਹਿਜ ਇੱਕ ਖਾਨਾ ਪੂਰਤੀ ਕੀਤੀ ਹੈ। ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ? ਲੱਗਦਾ ਕਿ ਅਕਾਲੀ ਦਲ ਸੱਚਮੁੱਚ ਆ ਗਿਆ ਕਿਸਾਨਾਂ ਦੇ ਹੱਕ 'ਚ? ਦੇਖੋ ਜੀ, ਅਕਾਲੀ ਦਲ ਦੀ ਤਾਂ ਸਭ ਤੋਂ ਘਟੀਆ ਭੂਮਿਕਾ ਰਹੀ ਹੈ ਇਸ ਦੇ ਵਿੱਚ, ਕਿਉਂਕਿ ਅਕਾਲੀ ਦਲ ਜੇ ਚਾਹੁੰਦਾ ਸਮੇਂ ਤੇ ਜਦੋਂ ਉੱਥੋਂ ਉਹਨਾਂ ਨੂੰ ਬਿੱਲ ਦਾ ਪਤਾ ਲੱਗਿਆ ਸੀ, ਉਹ ਆ ਕੇ ਸਾਰੇ ਐਮਪੀਜ਼ ਨੂੰ ਇਕੱਠੇ ਕਰ ਲੈਂਦਾ। ਬੇਸ਼ੱਕ ਕੋਈ ਵਿਰੋਧੀ ਸੀ ਜਾਂ ਕੁਛ ਹੈ, ਬੀਬਾ ਜੀ ਹਰਸਿਮਰਤ ਕੌਰ ਬਾਦਲ ਜੀ ਇਹ ਕਰ ਸਕਦੇ ਸੀ, ਉਹਨਾਂ ਕੋਲ ਕੈਬਨਿਟ ਦੇ ਵਿੱਚ ਪਹਿਲਾਂ ਪਤਾ ਲੱਗ ਜਾਂਦਾ। ਆ ਕੇ ਵਿਰੋਧ ਕਰਦੇ ਤੇ ਕਰਕੇ ਪਹਿਲਾਂ ਤਾਂ ਆ ਕੇ ਕਿਸਾਨਾਂ ਨੂੰ ਕਿਸਾਨਾਂ ਦੇ ਬਿੱਲਾਂ ਦਾ ਫਾਇਦਾ ਗਿਣਾਉਣ ਲੱਗੇ। ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹਨੇ ਪਹਿਲੇ ਦਿਨ ਤੋਂ ਅੱਜ ਤੱਕ ਵਿਰੋਧ ਕੀਤਾ ਵੀ ਲੁੱਟੇ ਗਏ। ਉਦੋਂ ਤਾਂ ਇਹ ਵੱਡੇ ਬਾਦਲ ਸਾਹਿਬ ਨੂੰ ਵੀ ਲੈ ਆਏ ਕੱਢ ਕੇ, ਬਈ ਤੁਸੀਂ ਦੱਸੋ ਜੀ। ਉਹਨਾਂ ਨੇ ਵੀ ਆਪਣੇ ਵਿਚਾਰਿਆਂ ਨੇ ਬੜੇ ਔਖੇ ਹੋ ਕੇ ਸਾਰੇ ਫਾਇਦੇ ਗਿਣਾਤੇ, ਸਾਰਾ ਪਰਿਵਾਰ ਲਾਤਾ, ਸਾਰੇ ਐਮਐਲਏ ਲਾਤੇ। ਜਦੋਂ ਪਹਿਲੀ ਵਾਰੀ ਵਿਧਾਨ ਸਭਾ ਦੇ ਵਿੱਚ ਰੈਜ਼ੋਲੂਸ਼ਨ ਆਇਆ ਸੀ ਉਦੋਂ ਅਕਾਲੀ ਦਲ ਹੈ ਹੀ ਨਹੀਂ ਸੀ ਉੱਥੇ, ਕਿਉਂਕਿ ਉਦੋਂ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਅਸੀਂ ਹਾਂ ਕਰਨੀ ਹੈ ਕਿ ਨਾ ਕਰਨੀ ਹੈ। ਜਦੋਂ ਕਿਸਾਨਾਂ ਨੇ ਬਠਿੰਡੇ ਦੇ ਵਿੱਚ ਧਰਨਾ ਲਾਇਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਤੱਕ ਘਰੋਂ ਵੀ ਗਏ ਤੇ ਪੰਜਾਬ ਦੇ ਲੋਕਾਂ ਨੇ ਪੰਜਾਬ 'ਚੋਂ ਵੀ ਕੱਢਣਾ, ਫਿਰ ਉਹਨਾਂ ਨੇ ਅਸਤੀਫਾ ਦਿੱਤਾ। ਫਿਰ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਚਲੋ ਦੇਰ ਆਈ ਦਰੁਸਤ ਆਈ, ਜਦੋਂ ਵੀ ਆਇਆ। ਹੁਣ ਮੈਨੂੰ ਇਹ ਦੱਸੋ ਵੱਡੇ ਬਾਦਲ ਸਾਹਿਬ ਦੀ ਕੀ ਓਪੀਨੀਅਨ ਹੈ, ਇਹ ਵੀ ਦੱਸ ਦਿਓ ਜਰਾ। ਉਹ ਨਾ ਤਾਂ ਵਿਧਾਨ ਸਭਾ ਦੇ ਵਿੱਚ ਸੀ, ਨਾ ਉਹਨਾਂ ਦਾ ਉਸ ਤੋਂ ਬਾਅਦ ਕੋਈ ਬਿਆਨ ਆਇਆ। ਚਲੋ ਮੈਂ ਫਿਰ ਵੀ ਮੰਨਦੀ ਹਾਂ ਬਜ਼ੁਰਗ ਸਰੀਰ ਆ, ਕਈ ਵਾਰ ਬਿਮਾਰ ਹੁੰਦਾ ਬੰਦਾ, ਕੁਛ ਵੀ ਹੈ, ਪਰ ਇਲੈਕਸ਼ਨ ਤੋਂ ਪਹਿਲਾਂ ਮਾੜਾ ਮੋਟਾ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਨੂੰ, ਮੈਂ ਵੀ ਮੰਨਦੀ ਹਾਂ। ਹੁਣ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਇੱਕ ਗੱਲ ਦੇਖੋ, ਜਿੰਨੇ ਬੀਜੇਪੀਜ਼ ਦੇ ਰਿਜ਼ਾਈਨ ਕਰ ਰਹੇ ਆ ਜਾਂ ਤਾਂ ਸਾਰੇ ਅਕਾਲੀ ਦਲ 'ਚ ਹੀ ਰਹੇ ਆ। ਇਹਦਾ ਮਤਲਬ ਕਿਤੋਂ ਨਾ ਕਿਤੋਂ ਇਹਨਾਂ ਦੀ ਅੰਦਰੇ ਵੀ ਜੇ ਐਡਾ ਤਕੜਾ ਵਿਰੋਧ ਹੋਵੇ, ਇਹਨਾਂ ਦੇ ਤਾਂ ਉੱਤੇ ਸੈਕਟਰੀਜ਼, ਪ੍ਰਿੰਸੀਪਲ ਸੈਕਟਰੀ ਸਾਰੇ ਬੈਠੇ ਆ। ਅੱਜ ਲੋੜ ਆ ਪੰਜਾਬ ਨੂੰ, ਸਾਰੀਆਂ ਪਾਰਟੀਆਂ ਨੂੰ ਆਪਣਾ ਨਿੱਜ ਤਿਆਗ ਕੇ ਇੱਕ ਫਰੰਟ ਤੇ ਇਕੱਠੇ ਹੋਣ ਦੀ। ਬਈ ਕੈਪਟਨ ਸਾਹਿਬ, ਤੁਸੀਂ ਐਮਐਸਪੀ ਦੇ ਸਕਦੇ, ਖਜ਼ਾਨੇ ਦੀ ਚਾਬੀ ਤੁਹਾਡੇ ਕੋਲੇ ਆ। ਤੁਸੀਂ ਕਿਸਾਨਾਂ ਦਾ ਹੱਲ ਕੱਢੋ, ਤੁਸੀਂ ਪ੍ਰੋਕਿਉਰਮੈਂਟ ਪ੍ਰਾਈਸ ਦਿਓ। ਅੱਜ ਸਾਰੇ ਮੁੱਦਿਆਂ ਨੂੰ ਸਾਈਡ ਤੇ ਰੱਖ ਕੇ ਸਾਰੇ ਜਾਣੇ ਸਿਰ ਜੋੜਨ। ਸਾਡੇ ਕੋਲ ਪੰਜਾਬ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀਆਂ, ਇੰਟੈਲੈਕਚੁਅਲਸ ਬੈਠੇ ਆ। ਜਦ ਤੱਕ ਇਹਦਾ ਹੱਲ ਸਾਡੇ ਪੰਜਾਬ ਸਰਕਾਰ ਜਿੰਨਾ ਕੱਢ ਸਕਦੀ ਆ, 30-40%, 50%, 70%, ਘੱਟੋ ਘੱਟ ਸਾਡੀਆਂ ਰਾਤਾਂ ਕੱਢਦੇ 10 ਕਿਸਾਨ ਜਿਹੜੇ ਮਰ ਚੁੱਕੇ ਆ ਹੁਣ ਤੱਕ, ਕਿਸੇ ਨੂੰ ਤਾਂ ਲੱਗੇ ਸਾਡੇ ਲਈ ਕੁਝ ਹੋ ਰਿਹਾ। ਅੱਜ ਲੋੜ ਆ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ। ਅੱਜ ਲੋੜ ਆ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣ ਦੇ ਲਈ, ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦੇ ਲਈ। ਜਿਹਨੇ ਜੋ ਕੀਤਾ ਮੈਂ ਕਹਿੰਦੀ ਹਾਂ ਵਧੀਆ ਹੀ ਕੀਤਾ, ਸਾਰਿਆਂ ਨੇ ਵਧੀਆ ਕੀਤਾ, ਪਰ ਇਹ ਵਧੀਆ ਕਰਨ ਦਾ ਫਾਇਦਾ ਤਾਂ ਹੋਏਗਾ ਜੇ ਕਿਸਾਨ ਨੂੰ ਫਾਇਦਾ ਹੋਏਗਾ। ਕਿਸਾਨ ਆਪਦੇ ਘਰਾਂ 'ਚ ਸੁੱਖ ਤੇ ਖੁਸ਼ਹਾਲ ਦੀ ਨਹੀਂ। ਅੱਛਾ, ਆਖਰੀ ਸਵਾਲ ਲਊਂਗਾ ਮੈਡਮ, ਐਮਰਜੈਂਸੀ ਦਾ ਵੀ ਬੜਾ ਰੌਲਾ ਪੈ ਰਿਹਾ,
ਕਾਂਗਰਸ ਦੇ ਲੀਡਰ ਹੀ ਕਹਿ ਰਹੇ ਨੇ ਕਿ ਹੋ ਸਕਦਾ ਕੇਂਦਰ ਸਰਕਾਰ ਰਾਤੋਂ ਰਾਤ ਐਮਰਜੈਂਸੀ ਲਾਤੇ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਅਸਤੀਫਾ ਤਾਂ ਮੈਂ ਜੇਬ ਦੇ ਵਿੱਚ ਪਾਇਆ, ਜੇਕਰ ਕੋਈ ਵੀ ਇਦਾਂ ਦੀ ਗੱਲ ਹੋਈ ਤਾਂ ਮੈਂ ਅਸਤੀਫਾ ਦੇ ਦਾਂਗਾ। ਲੱਗਦਾ ਕਿ ਕੋਈ ਮਨਸ਼ਾ ਹੋਰ ਵੀ ਹੈਗੀ ਇਹਦੀ ਕੇਂਦਰ ਤੇ। ਦੇਖੋ ਮੈਨੂੰ ਲੱਗਦਾ ਜਿਹੜਾ ਬੀਜੇਪੀ ਹੈ ਨਾ ਉਹ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਕਿਤੇ ਤਾਂ ਇਹਨਾਂ ਦੇ ਲੀਡਰਾਂ ਦੇ ਬਿਆਨ ਆ ਜਾਂਦੇ ਆ ਵੀ ਇਹ ਕਿਸਾਨ ਆ ਜਿਹੜੇ ਬੈਠੇ ਆ, ਕਿਸਾਨ ਨਹੀਂ ਇਹ ਵਿਚੋਲੀਏ ਨੇ, ਹਨਾ ਕਦੇ ਕਿਹੋ ਜਿਹਾ ਬਿਆਨ ਆ ਜਾਂਦਾ। ਇਹ ਬੀਜੇਪੀ ਹੀ ਹੈ ਜਿਹੜਾ ਇਹੋ ਜਿਹਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਪੰਜਾਬ ਦਾ। ਉਹ ਚਾਹੁੰਦੀ ਨਹੀਂ ਕਿ ਕਿਸਾਨ ਸੁਖੀ ਰਹਿਣ, ਉੱਥੇ ਦੇ ਲੋਕ ਸੁਖੀ ਰਹਿਣ। ਐਮਰਜੈਂਸੀ ਆਪਦੇ ਫਾਇਦੇ ਖਾਤਰ ਲਾ ਸਕਦੇ, ਇੱਥੇ ਸਿਆਸਤ ਹੋ ਸਕਦੀ ਹੋਰ ਕੋਈ ਨਹੀਂ, ਪਰ ਐਮਰਜੈਂਸੀ ਲਾਉਣ ਨਾਲ ਇਹ ਹੱਲ ਹੀ ਕਿਉਂ ਨਹੀਂ ਕਰ ਦਿੰਦੇ ਸਾਡੇ ਕਿਸਾਨ ਭਰਾ। ਤੁਹਾਨੂੰ ਲੱਗਦਾ ਕਿ ਪੰਜਾਬ ਦੀ ਕਿਸੇ ਪਾਰਟੀ ਨੂੰ ਫਾਇਦਾ ਹੋਵੇਗਾ ਐਮਰਜੈਂਸੀ ਲੱਗਦੀ ਦਾ? ਦੇਖੋ ਇਹਦਾ ਐਮਰਜੈਂਸੀ ਨੂੰ ਕਿਹਦਾ ਫਾਇਦਾ ਹੋਣਾ, ਇਹ ਤਾਂ ਆਪਦੀ ਸਿਆਸਤ ਲਈ ਬੀਜੇਪੀ ਵਾਲੇ ਕਰ ਰਹੇ ਨੇ। ਪਰ ਇਹ ਮੈਂ ਕਹਿੰਦੀ ਹਾਂ ਵੀ ਐਮਰਜੈਂਸੀ ਲਾਉਣ ਨਾਲੋਂ ਤੁਸੀਂ ਹੱਲ ਹੀ ਕਿਉਂ ਨਹੀਂ ਕਰ ਸਕਦੇ? ਜਿੱਥੇ ਤੁਸੀਂ ਐਮਰਜੈਂਸੀ ਲਾਉਣੀ ਉੱਥੇ ਤੁਹਾਡੇ ਹੱਥ 'ਚ, ਕੇਂਦਰ ਦੇ ਹੱਥ 'ਚ ਹੀ ਹੈ ਨਾ, ਇਹ ਬਿੱਲ ਰੱਦ ਕਰ ਦਿਓ। ਉਹਨਾਂ ਨੇ ਤਾਂ ਸਿੱਧਾ ਕਹਿਤਾ ਕਿ ਇਹ ਬਿੱਲ ਰੱਦ ਨਹੀਂ ਹੋਣੇ, ਨਾ ਇਹਨਾਂ ਦੇ ਵਿੱਚ ਕੋਈ ਸੋਧ ਹੋਣੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਕਹਿਤਾ ਸਿਰਫ ਬੀਜੇਪੀ ਹੀ ਹੈ ਜਿਹੜਾ ਇਸ ਦੇਸ਼ ਦਾ ਸਾਡੇ ਪੰਜਾਬ ਤੇ ਹਰਿਆਣਾ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਸਿਰਫ ਤੇ ਸਿਰਫ ਆਪਦੀ ਸਿਆਸਤ ਲਈ ਉਹ ਐਮਰਜੈਂਸੀ ਲਾਊਗੀ। ਸਿਰਫ ਇਹ 'ਚ ਉਹਨਾਂ ਦੀ ਸਿਆਸਤ ਹੈ, ਕਿਸੇ ਹੋਰ ਦੀ ਸਿਆਸਤ ਨਹੀਂ। ਤਿਆਰੀ ਹੋ ਰਹੀ ਹੈ ਐਮਰਜੈਂਸੀ ਦੀ? ਦੇਖੋ ਕੁਝ ਵੀ ਭਵਿੱਖ ਦੇ ਵਿੱਚ ਕੁਝ ਵੀ ਹੋ ਸਕਦਾ ਹੈ, ਕਿਉਂਕਿ ਇਹ ਤਾਂ ਆਪਦੀ ਸਿਆਸਤ ਚਮਕਾਉਣਾ ਚਾਹੁੰਦੇ ਆ। ਕਿਉਂਕਿ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਤਾਂ ਇਹਨਾਂ ਨੇ ਬਰਬਾਦ ਕਰ ਹੀ ਦਿੱਤਾ। ਰੱਦ ਕਰ ਸਕਦੇ ਬਿੱਲ, ਕੇਂਦਰ ਕੁਝ ਵੀ ਕਰ ਸਕਦੀ ਹੈ, ਕਿਉਂ ਨਹੀਂ? ਇਹ ਕੇਂਦਰ ਹੀ ਹੈ ਜਿਹੜੇ ਆਪਦੇ ਬਿੱਲ ਵਾਪਸ ਲੈ ਸਕਦੀ, ਕਿਉਂ ਨਹੀਂ ਲੈਂਦੇ ਹੈਗੇ? ਇਹ ਐਮਰਜੈਂਸੀ ਦੇ ਹਾਲਾਤਾਂ ਤੇ ਕਿਉਂ ਆ ਗਏ? ਕੁਝ ਤਾਂ ਇਹਨਾਂ ਦੇ ਦਿਮਾਗ 'ਚ ਚੱਲ ਰਿਹਾ ਹੈ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਇਹ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਰੁਪਿੰਦਰ ਰੂਬੀ ਅਤੇ ਸਰਬਜੀਤ ਕੌਰ ਮਾਨੂਕੇ, ਜਿਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਤੇ ਵੀ ਖੂਬ ਨਿਸ਼ਾਨੇ ਕੱਸੇ ਨੇ। ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਵਾਂ ਕਾਨੂੰਨ ਬਣਾਉਣ ਦੀ ਇਹਨਾਂ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਜੇਕਰ ਪੰਜਾਬ ਦਾ ਕਿਸਾਨ ਬਚਾਉਣਾ ਤਾਂ ਇੱਕ ਨਵਾਂ ਕਾਨੂੰਨ ਜਿਹੜਾ ਉਹ ਬਣਾਉਣਾ ਪਵੇਗਾ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਕੂੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।